ਕ੍ਰਿਸ਼ਨ ਚੰਦਰ ਦਾ ਨੋਵਲਟ ਹੈ ਗੱਦਾਰ। ਪਹਿਲਾ ਭਾਗ। 2 ਅਗਸਤ 1947 ਨੂੰ ਮੈਂ ਆਪਣੇ ਨਾਨਕੇ ਪਿੰਡ 'ਚ ਸੀ। ਮੇਰਾ ਨਾਨਕਾ ਪਿੰਡ ਲਾਲਾ ਗਾਮ 'ਚ ਹੈ। ਲਾਲਾ ਗਾਮ ਕਿਲ੍ਹਾ ਸੋਭਾ ਸਿੰਘ ਸਟੇਸ਼ਨ ਦੇ ਨੇੜੇ ਹੈ। ਸਟੇਸ਼ਨ ਤੋਂ ਕੋਈ ਮੀਲ ਸਵਾ ਮੀਲ ਦਾ ਫਾਸਲਾ ਹੋਏਗਾ। ਲਾਲਾ ਗਾਮ 'ਚ ਸਾਡੀ ਬਾਹਮਣਾਂ ਦੀ ਆਬਾਦੀ ਵੱਧ ਹੈ। ਉਸ ਪਿੱਛੋਂ ਖੱਤਰੀਆਂ ਦੇ ਘਰ ਨੇ। ਸਭ ਤੋਂ ਘੱਟ ਆਬਾਦੀ ਮੁਸਲਮਾਨਾਂ ਦੀ ਹੈ। ਮੇਰੇ ਨਾਨੇ ਦਾ ਘਰ ਗੁਰੂ ਗੁਸਾਈਆਂ ਦਾ ਘਰ ਕਹਾਉਂਦਾ ਹੈ ਅਤੇ ਬ੍ਰਾਹਮਣਾਂ 'ਚ ਸਭ ਨਾਲੋਂ ਉੱਚਾ ਹੈ। ਹਜ਼ਾਰਾਂ ਸਾਲ ਤੋਂ ਇਹ ਲੋਕ ਇਸੇ ਪਿੰਡ 'ਚ ਵਸੇ ਹੋਏ ਨੇ। ਕਹਿੰਦੇ ਨੇ ਕਿਸੇ ਜ਼ਮਾਨੇ 'ਚ ਸਾਰੇ ਇਲਾਕੇ 'ਤੇ ਸਾਡਾ ਰਾਜ ਸੀ। ਹੁਣ ਵੀ ਲਾਲਾ ਗਾਮ ਦੀ ਸਭ ਤੋਂ ਉੱਚੀ ਹਵੇਲੀ ਮਹਿਲਾਂ ਕਹਾਉਂਦੀ ਹੈ। ਇਹਨੂੰ ਪਰਮਾਰ ਬ੍ਰਾਹਮਣਾਂ ਨੇ ਆਪਣੇ ਚੜ੍ਹਤ ਕਾਲ 'ਚ ਬਣਵਾਇਆ ਸੀ। ਹਵੇਲੀ ਕੀ ਹੈ? ਪੁਰਾਣੇ ਸਮਿਆਂ ਦੇ ਕਿਸੇ ਕਿਲ੍ਹੇ ਵਰਗੀ ਹੈ, ਜਿਹਦੇ ਉੱਤਰ ਪੱਛਮ 'ਚ ਰੇਤਲੇ ਟਿੱਬੇ ਅਤੇ ਕੱਲਰ ਮਾਰੀਆਂ ਜ਼ਮੀਨਾਂ ਦਾ ਇੱਕ ਸਿਲਸਿਲਾ ਦੂਰ ਤੱਕ ਵਿਛਿਆ ਹੋਇਆ ਹੈ, ਜਿੱਥੇ ਸਿਰਫ ਕੰਡੇਦਾਰ ਝਾੜੀਆਂ ਅਤੇ ਬੂਝੇ ਉੱਗਦੇ ਨੇ ਅਤੇ ਲੰਮੇ ਲੰਮੇ ਸਰਕੜਿਆਂ ਦੇ ਝੁੰਡ ਆਪਣੀਆਂ ਲੰਮੀਆਂ ਲੰਮੀਆਂ ਸਫੈਦ ਕਲਗੀਆਂ ਹਿਲਾਉਂਦੇ ਹੋਏ ਦੂਰੋਂ ਹੀ ਦਿਸ ਪੈਂਦੇ ਨੇ। ਜਦੋਂ ਹਵਾ ਸਰਸਰਾਉਂਦੀ ਹੋਈ ਉਹਦੇ 'ਚੋਂ ਲੰਘਦੀ ਹੈ ਤਾਂ ਇੱਕ ਸਿਰੇ ਤੋਂ ਦੂਜੇ ਤੱਕ ਇੰਝ ਝੂਲਦੇ ਡੋਲਦੇ ਨੇ ਜਿਵੇਂ ਵੀਰਾਨ ਸੁੰਨਸਾਨ ਮੈਦਾਨਾਂ 'ਚ ਸ਼ੁਤਰਮੁਰਗਾਂ ਦੇ ਝੁੰਡਾਂ ਦੇ ਝੁੰਡ ਖੰਭ ਖਿਲਾਰ ਕੇ ਭੱਜੇ ਜਾ ਰਹੇ ਹੋਣ। ਮੈਨੂੰ ਸਰਕੜਿਆਂ ਦੇ ਝੁੰਡ ਬੜੇ ਪਸੰਦ ਨੇ ਅਤੇ ਮੈਂ ਤੇ ਸ਼ਾਦਾਂ ਦੁਪਹਿਰ ਨੂੰ ਜਦੋਂ ਉਹਦੀ ਮਾਂ ਸੌਂ ਜਾਂਦੀ ਸੀ ਇੱਥੇ ਮਿਲਦੇ ਹੁੰਦੇ ਸੀ। ਭਾਵੇਂ ਮਹਿਲਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਸਾਹਮਣਿਓਂ ਜਿਹੜੀ ਕੱਚੀ ਪਗਡੰਡੀ ਜਾਂਦੀ ਸੀ ਉਹ ਗੰਨਿਆਂ ਦੇ ਉਪਜਾਊ ਖੇਤਾਂ 'ਚੋਂ ਹੋ ਕੇ ਲੰਘਦੀ ਸੀ ਅਤੇ ਜਿਨ੍ਹਾਂ ਦਿਨਾਂ ਦਾ ਮੈਂ ਜ਼ਿਕਰ ਕਰ ਰਿਹਾ ਉਨ੍ਹੀਂ ਦਿਨੀਂ ਗੰਨੇ ਦੀ ਫਸਲ ਪੱਕ ਕੇ ਜਵਾਨ ਅਤੇ ਲੰਮੀ ਹੋ ਚੁੱਕੀ ਸੀ ਅਤੇ ਉਹਦੇ ਹਰੇ ਭਰੇ ਖੇਤ ਬਹੁਤ ਸਾਰੇ ਪ੍ਰੇਮੀਆਂ ਨੂੰ ਪਨਾਹ ਦਿੰਦੇ ਸੀ। ਪਰ ਮੈਨੂੰ ਅਤੇ ਸ਼ਾਦਾਂ ਨੂੰ ਸਰਕੜਿਆਂ ਦੇ ਝੁੰਡ ਹੀ ਪਸੰਦ ਸਨ। ਜਦੋਂ ਅਸੀਂ ਗੱਲਾਂ ਕਰਦੇ ਕਰਦੇ ਚੁੱਪ ਹੋ ਜਾਂਦੇ ਅਤੇ ਸ਼ਾਦਾਂ ਦੇ ਭੂਰੇ ਵਾਲਾਂ ਦੀ ਕਲਿੱਟ ਉਹਦੇ ਗੋਰੇ ਮੱਥੇ 'ਤੇ ਝੂਲ ਆਉਂਦੀ, ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ 'ਚ ਹੈਰਾਨੀ ਅਤੇ ਉਦਾਸੀ ਦੇ ਪਰਛਾਵੇਂ ਘੁਲਣ ਲੱਗਦੇ, ਉਦੋਂ ਉਸ ਵੇਲੇ ਸਰਾਂ ਅਤੇ ਸਰਕੜਿਆਂ 'ਚੋਂ ਲੰਘਦੀ ਹਵਾ ਕੁਝ ਅਨੋਖੇ ਢੰਗ ਨਾਲ ਸਾਡੇ ਕੰਨਾਂ 'ਚ ਘੁਸਰ-ਮੁਸਰ ਕਰਦੀ ਹੋਈ ਦਿਲਾਂ 'ਚ ਲੱਥਣ ਲੱਗਦੀ। ਉਹਦੀ ਮਿੱਠੀ ਮੱਧਮ ਸਰਸਰਾਹਟ ਅਨੋਖੇ ਸੁਪਨਿਆਂ ਦੇ ਘੁੰਗਰੂ ਵੱਜਣ ਲੱਗਦੇ ਅਤੇ ਉਸ ਰੇਸ਼ਮੀ ਮੁਲਾਇਮ ਆਵਾਜ਼ 'ਚ ਉਹਨਾਂ ਸੁੰਦਰ ਕਹਾਣੀਆਂ ਦੀ ਗੂੰਜ ਸੁਣਾਈ ਦਿੰਦੀ ਜਦੋਂ ਮੁਹੱਬਤ ਹਰ ਕੰਧ, ਹਰੇਕ ਵਾੜ, ਹਰ ਖਾਈ ਟੱਪ ਕੇ ਹਨੇਰੇ ਦੁਮੇਲ 'ਤੇ ਇੱਕ ਰੰਗੀਨ ਧੁਨ ਬਣ ਕੇ ਲਹਿਰਾਉਂਦੀ ਹੈ। ਸਰਕੜਿਆਂ 'ਚ ਤਾਂ ਹਵਾ ਗੱਲਾਂ ਕਰਦੀ ਰਹਿੰਦੀ ਹੈ, ਪਰ ਗੰਨੇ ਦੇ ਖੇਤਾਂ 'ਚ ਇੰਝ ਘੁੱਟ ਕੇ ਰਹਿ ਜਾਂਦੀ ਹੈ ਜਿਵੇਂ ਉਹ ਹਰ ਘੜੀ ਸਮਾਜ ਦਾ ਅਤੇ ਧਰਮ ਦਾ ਅਤੇ ਪੁਰਾਣੇ ਵਿਚਾਰਾਂ ਦਾ ਢਹਿ ਰਹਿੰਦਾ ਹੋਵੇ। ਅਤੇ ਜਿਸ ਜਗ੍ਹਾ ਹਵਾ ਵੀ ਡਰੇ ਉੱਥੇ ਪ੍ਰੇਮ ਕੀ ਵਧੇ ਫੁੱਲੇਗਾ। ਇਸ ਲਈ ਅਸੀਂ ਦੋਵਾਂ ਨੇ ਸਰਕੜਿਆਂ ਦੇ ਜੰਗਲ ਦੀ ਸ਼ਰਨ ਲਈ ਸੀ, ਜਿਨ੍ਹਾਂ ਦੀਆਂ ਸਫੇਦ ਰੇਸ਼ਮੀ ਕਲਗੀਆਂ ਪਤਲੇ ਲੰਮੇ ਕੋਮਲ ਤਣਿਆਂ ਉੱਪਰ ਖੜੀਆਂ ਸਾਡੇ ਪ੍ਰੇਮ ਵਾਂਗ ਮਾਣ ਨਾਲ ਤਣੀਆਂ ਨਜ਼ਰ ਆਉਂਦੀਆਂ ਸੀ। 2 ਅਗਸਤ ਦੀ ਦੁਪਹਿਰ ਦਾ ਜ਼ਿਕਰ ਹੈ। ਸਾਡੇ ਪਿੱਛੇ ਸਰਕੜਿਆਂ ਦਾ ਜੰਗਲ ਸੀ ਅਤੇ ਜੰਗਲ ਦੇ ਪਿੱਛੇ ਸਾਡਾ ਪਿੰਡ ਸੀ ਅਤੇ ਸਾਡੇ ਸਾਹਮਣੇ ਦੂਰ ਤੱਕ ਕਈ ਮੀਲ ਤੱਕ ਫੈਲੀ ਹੋਈ ਬੰਜਰ ਜ਼ਮੀਨ ਸੀ ਜਿਹਨੂੰ ਕੱਲਰ ਨੇ ਮਾਰ ਦਿੱਤਾ ਸੀ। ਸਵੇਰੇ ਮੀਂਹ ਪੈ ਕੇ ਹਟਿਆ ਸੀ, ਪਰ ਅਸਮਾਨ 'ਚ ਹੁਣ ਵੀ ਕਿਤੇ-ਕਿਤੇ ਚਿੱਟੇ ਬੱਦਲ ਕੁੱਕੜਾਂ ਵਾਂਗ ਹਿੱਕਾਂ ਤਾਣੀ ਆਪਣੇ ਢਿੱਡ 'ਚ ਮੀਂਹ ਦੇ ਦਾਣੇ ਲੁਕੋਈ ਦਿਸ ਰਹੇ ਸਨ। ਹਵਾ 'ਚ ਸਿੱਲ ਸੀ ਅਤੇ ਮਿੱਟੀ ਦੀ ਸੌਂਦੀ ਮਹਿਕ ਤੇ ਦੂਰ ਪੱਛਮੀ ਦਿਸ ਹੱਦੇ 'ਤੇ ਚਾਨਣ ਕੁਝ ਇੰਨਾ ਮੱਧਮ ਸਾਫ਼ ਅਤੇ ਨਿਖਰਿਆ ਹੋਇਆ ਜਿਵੇਂ ਹੁਣੇ ਪਿਘਲ ਕੇ ਕਿਸੇ ਇੰਦਰਧਨੁਸ਼ 'ਚ ਵੱਟ ਜਾਏਗੀ। ਮੇਰਾ ਹੱਥ ਸ਼ਾਦਾਂ ਦੇ ਹੱਥ 'ਚ ਸੀ ਅਤੇ ਅਸੀਂ ਦੋਵੇਂ ਉਸ ਦਿਸ ਹੱਦੇ ਨੂੰ ਇੰਝ ਵੇਖ ਰਹੇ ਸੀ ਜਿਵੇਂ ਉਮੀਦ ਇੱਕ ਮੁਸਾਫਰ ਹੋਏ ਅਤੇ ਉਸ ਚਾਨਣ ਧੋਤੇ ਰਸਤੇ ਤੋਂ ਇੱਧਰ ਆਉਣ ਵਾਲੀ ਹੋਏ। ਮੈਂ ਸ਼ਾਦਾਂ ਦਾ ਹੱਥ ਹੌਲੀ-ਹੌਲੀ ਘੁੱਟਿਆ ਅਤੇ ਉਹਨੂੰ ਕਿਹਾ, ਇੱਕ ਦਿਨ ਤੂੰ ਮੈਨੂੰ ਭੁੱਲ ਜਾਏਂਗੀ। ਸ਼ਾਦਾਂ ਦੀ ਹਿੱਕ ਤੋਂ ਆਹ ਨਹੀਂ ਉੱਭਰੀ, ਪਰ ਉਹ ਚੁੱਪ ਰਹੀ। ਉਹਨੇ ਉਸ ਸਵਾਲ ਦਾ ਕੋਈ ਜਵਾਬ ਨਾ ਦਿੱਤਾ। ਉਸ ਸਵਾਲ ਦਾ ਜਵਾਬ ਦਿੰਦੀ ਤਾਂ ਦਿੰਦੀ ਵੀ ਕੀ? ਆਦਿ ਕਾਲ ਤੋਂ ਔਰਤ ਮਰਦ ਤੋਂ ਅਤੇ ਮਰਦ ਔਰਤ ਤੋਂ ਇਹੀ ਸਵਾਲ ਪੁੱਛਦੇ ਆਏ ਨੇ। ਕਿੰਨਾ ਪੁਰਾਣੇ ਸਵਾਲ ਹੈ, ਪਰ ਹਰ ਵਾਰੀ ਕਿੰਨਾ ਨਵਾਂ ਜਾਪਦਾ ਜਿਵੇਂ ਅੱਜ ਪਹਿਲੀ ਵਾਰ ਪੁੱਛਿਆ ਗਿਆ ਹੋਵੇ। ਮੈਂ ਫੇਰ ਕਿਹਾ, ਇੱਕ ਦਿਨ ਤੇਰੀ ਸ਼ਾਦੀ ਹੋ ਜਾਏਗੀ। ਉਹਦੀਆਂ ਨਿਗਾਹਾਂ ਅਜੇ ਉਸੇ ਦਿਸ ਹੱਦੇ 'ਤੇ ਅਟਕੀਆਂ ਹੋਈਆਂ ਸਨ। ਉਹਨੇ ਮੇਰੇ ਵੱਲ ਵੇਖੇ ਬਗੈਰ ਹੌਲੀ ਜਿਹੀ ਕਿਹਾ, ਹਾਂ, ਮੇਰੀ ਸ਼ਾਦੀ ਹੋ ਜਾਏਗੀ ਅਤੇ ਬਿਲਕੁਲ ਉਸੇ ਤਰ੍ਹਾਂ ਹੋ ਜਾਏਗੀ ਜਿਸ ਤਰ੍ਹਾਂ ਤੇਰੀ ਹੋ ਚੁੱਕੀ ਹੈ। ਮੇਰੀ ਸ਼ਾਦੀ ਤਾਂ ਮੇਰੇ ਮਾਂ ਪਿਓ ਨੇ ਬਚਪਨ 'ਚ ਹੀ ਕਰ ਦਿੱਤੀ ਸੀ। ਮੈਂ ਵਿਰੋਧੀ ਸੁਰ 'ਚ ਕਿਹਾ। ਸ਼ਾਦਾਂ ਬੋਲੀ, ਅਤੇ ਤੂੰ ਕੀ ਸਮਝਦਾ ਹੈ?
ਮੈਂ ਆਪਣੀ ਮਰਜ਼ੀ ਨਾਲ ਸ਼ਾਦੀ ਕਰ ਸਕਾਂਗੀ। ਮੈਂ ਨੀਵੀਂ ਪਾ ਲਈ। ਸ਼ਾਦਾਂ ਨੇ ਦਿਸ ਹੱਦੇ ਤੋਂ ਨਜ਼ਰਾਂ ਹਟਾ ਲਈਆਂ, ਜਿਵੇਂ ਉੱਥੋਂ ਨਿਰਾਸ਼ ਹੋ ਚੁੱਕੀ ਹੋਏ। ਫਿਰ ਉਹਨੇ ਮੇਰੇ ਝੁਕੇ ਹੋਏ ਉਦਾਸ ਚਿਹਰੇ ਨੂੰ ਠੋਡੀ ਤੋਂ ਫੜ ਕੇ ਉੱਪਰ ਕੀਤਾ। ਫਿਰ ਉਹਨੇ ਆਪਣੀ ਗੁਲਾਬੀ ਗੱਲ ਮੇਰੀ ਗੱਲ ਨਾਲ ਲਾ ਦਿੱਤੀ ਅਤੇ ਹੌਲੀ ਹੌਲੀ ਬੜੇ ਪਿਆਰ ਅਤੇ ਵਿਸ਼ਵਾਸ ਨਾਲ ਬੋਲੀ, ਉਂਝ ਤਾਂ ਮੇਰੀ ਸ਼ਾਦੀ ਵੀ ਹੋ ਜਾਏਗੀ, ਬੱਚੇ ਵੀ ਹੋਣਗੇ ਅਤੇ ਮੈਂ ਉਹਨਾਂ ਲਈ ਇੱਕ ਚੰਗੀ ਮਾਂ, ਆਪਣੇ ਸ਼ੌਹਰ ਲਈ ਇੱਕ ਨੇਕ ਅਤੇ ਵਫਾਦਾਰ ਬੀਵੀ ਵੀ ਬਣ ਜਾਵਾਂਗੀ ਅਤੇ ਮੇਰਾ ਘਰ ਹੋਏਗਾ ਅਤੇ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਇੱਕ ਔਰਤ ਚਾਹੁੰਦੀ ਹੈ ਮੈਨੂੰ ਨਸੀਬ ਹੋਣਗੀਆਂ। ਪਰ ਕਿਧਰੇ ਮੇਰੇ ਅੰਦਰ, ਡੂੰਘੇ ਅੰਦਰ, ਮੇਰੀ ਕੁੱਖ ਤੋਂ ਵੀ ਬੜਾ ਪਰੇ ਅੰਦਰ, ਜਿੱਥੇ ਕਿਤੇ ਔਰਤ ਦੀ ਆਤਮਾ ਰਹਿੰਦੀ ਹੈ, ਉੱਥੇ ਤੂੰ ਹਮੇਸ਼ਾ ਮੌਜੂਦ ਰਹੇਂਗਾ। ਤੂੰ ਮੈਨੂੰ ਯਾਦ ਕਰੇਂਗੀ। ਸ਼ਾਦਾਂ ਕੁਝ ਕਹਿਣ ਲੱਗੀ ਸੀ ਕਿ ਇੰਨੇ 'ਚ ਦੂਰ ਕਿਧਰੇ ਸਰਕੰਡਿਆਂ ਦੇ ਝੁੰਡ 'ਚ ਸਰਸਰਾਹਟ ਹੋਈ ਅਤੇ ਉਹ ਯਕਦਮ ਚੁੱਪ ਹੋ ਗਈ। ਅਸੀਂ ਦੋਵੇਂ ਉਸ ਸਰਸਰਾਹਟ ਨੂੰ ਸਾਹ ਰੋਕ ਕੇ ਸੁਣਨ ਲੱਗੇ, ਭੈ ਅਤੇ ਹੈਰਾਨੀ ਨਾਲ, ਕਿਉਂਕਿ ਇਸ ਵੇਲੇ ਇੱਧਰ ਕੋਈ ਨਹੀਂ ਸੀ ਆਉਂਦਾ। ਸਰਸਰਾਹਟ ਜਦੋਂ ਨੇੜੇ ਆਉਣ ਲੱਗੀ ਤਾਂ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਅਤੇ ਆਪਣੀ ਜਗ੍ਹਾ ਤੋਂ ਉੱਠ ਖੜ੍ਹੇ ਅਤੇ ਦੱਬਵੇਂ ਪੈਰੀ ਤੁਰਦੇ ਝਾੜੀਆਂ ਦੇ ਦੂਜੇ ਪਾਸੇ ਹੋ ਗਏ। ਸਰਸਰਾਹਟ ਇੱਕ ਜਗ੍ਹਾ ਪਹੁੰਚ ਕੇ ਯਕਦਮ ਰੁਕ ਗਈ। ਫਿਰ ਕਿਸੇ ਨੇ ਕਿਹਾ, ਅਸਲਾਮ ਵਾਲੇਕਮ ਅਸਲਾਮ। ਸ਼ਾਦਾਂ ਨੇ ਦੂਜੀ ਆਵਾਜ਼ ਪਛਾਣ ਲਈ। ਉਹ ਚੀਕ ਮਾਰਨ ਲੱਗੀ ਸੀ ਕਿ ਕਾਹਲ ਨਾਲ ਉਹਦੇ ਮੂੰਹ 'ਤੇ ਹੱਥ ਰੱਖ ਦਿੱਤਾ। ਦੂਜੀ ਆਵਾਜ਼ ਮੈਂ ਵੀ ਪਛਾਣ ਲਈ। ਇਹ ਉਹਦੇ ਭਰਾ ਤੁਫੈਲ ਦੀ ਆਵਾਜ਼ ਸੀ। ਤੁਫੈਲ ਅਤੇ ਸ਼ਾਦਾਂ ਦੋਵੇਂ ਲਾਹੌਰ ਕਾਲਜ 'ਚ ਪੜ੍ਹਦੇ ਸੀ ਅਤੇ ਗਰਮੀਆਂ ਦੀਆਂ ਛੁੱਟੀਆਂ 'ਚ ਇੱਥੇ ਆਪਣੇ ਪਿੰਡ ਆਏ ਹੋਏ ਸੀ। ਪਹਿਲੀ ਆਵਾਜ਼ ਵਾਲੇ ਆਦਮੀ ਨੇ ਕਿਹਾ, ਮੈਨੂੰ ਅਲੀਪੁਰ ਸੈਦਾਂ ਦੇ ਪੀਰ ਜਮਾਇਤ ਅਲੀ ਸ਼ਾਹ ਨੇ ਭੇਜਿਆ ਹੈ। ਕਿਹੜਾ ਜਮਾਇਤ ਅਲੀ ਸ਼ਾਹ? ਉਹ ਧੀਰਗੰਜ ਵਾਲੇ ਪੀਰ ਜਮਾਇਤ ਅਲੀ ਸ਼ਾਹ। ਕੀ ਪੈਗਾਮ ਹੈ? ਉਹ ਪੈਗਾਮ ਨੰਬਰਦਾਰ ਸਰਬੁਲੰਦ ਦੇ ਨਾਂ ਹੈ। ਮੈਂ ਸਰਬੁਲੰਦ ਦਾ ਪੁੱਤਰ ਤੁਫੈਲ ਹਾਂ। ਅਜਨਬੀ ਥੋੜ੍ਹੀ ਦੇਰ ਤੱਕ ਚੁੱਪ ਰਿਹਾ, ਫਿਰ ਬੋਲਿਆ, ਪੀਰ ਜਮਾਇਤ ਅਲੀ ਸ਼ਾਹ ਨੇ ਕਿਹਾ ਹੈ ਤੁਸੀਂ ਲੋਕਾਂ ਹਾਲੇ ਤੱਕ ਲਾਲਾ ਗਾਂਵ 'ਚ ਉਹ ਸਿਲਸਿਲਾ ਸ਼ੁਰੂ ਨਹੀਂ ਕੀਤਾ। ਇਹ ਗਲਤ ਗੱਲ ਹੈ। 15 ਅਗਸਤ ਦੀ ਰਾਤ ਤੱਕ ਸਭ ਫੈਸਲਾ ਹੋ ਜਾਣਾ ਚਾਹੀਦਾ। ਕਿਹਾ ਫੈਸਲਾ? ਪੀਰ ਜਮਾਇਤ ਅਲੀ ਨੇ ਕਿਹਾ ਹੈ 15 ਅਗਸਤ ਤੱਕ ਪਿੰਡ 'ਚ ਜਿੰਨੇ ਹਿੰਦੂ ਜਵਾਨ ਨੇ ਉਹਨਾਂ ਸਾਰਿਆਂ ਨੂੰ ਕਤਲ ਕਰ ਦਿੱਤਾ ਜਾਏ। ਹਿੰਦੂਆਂ ਦੀਆਂ ਜਿੰਨੀਆਂ ਜਵਾਨ ਔਰਤਾਂ ਇੱਥੇ ਇਕੱਠੀਆਂ ਹੋ ਚੁੱਕੀਆਂ ਨੇ ਜਾਂ ਹੋ ਰਹੀਆਂ ਨੇ ਜਾਂ ਆਸੇ ਪਾਸੇ ਦੇ ਇਲਾਕਿਆਂ ਤੋਂ ਆ ਰਹੀਆਂ ਨੇ, ਉਹਨਾਂ ਸਾਰੀਆਂ ਨੂੰ ਰੱਖ ਲਿਆ ਜਾਏ। ਹਾਂ, ਬੁੱਢੇ ਮਰਦ, ਔਰਤਾਂ ਅਤੇ ਬੱਚਿਆਂ ਨੂੰ ਛੱਡ ਦਿੱਤਾ ਜਾਏ। ਸ਼ਾਦਾਂ ਮੇਰੀ ਛਾਤੀ ਨਾਲ ਜ਼ੋਰ ਨਾਲ ਲੱਗ ਗਈ। ਸਾਡੇ ਦੋਵਾਂ ਦੇ ਦਿਲ ਧੱਕ ਧੱਕ ਕਰਨ ਲੱਗੇ। ਅਸੀਂ ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ ਅਤੇ ਜ਼ੋਰ ਨਾਲ ਇੱਕ ਦੂਜੇ ਨਾਲ ਲਿਪਟ ਗਏ। ਥੋੜ੍ਹੀ ਦੇਰ ਬਾਅਦ ਤੁਫੈਲ ਬੋਲਿਆ, ਇਹ ਪੈਗਾਮ ਮੇਰੇ ਪਿਓ ਨੇ ਵੀ ਤੁਹਾਡੇ ਪੀਰ ਜਮਾਇਤ ਅਲੀ ਸ਼ਾਹ ਦੇ ਨਾਂ ਦਿੱਤਾ ਹੈ। ਉਹ ਕੀ ਹੈ? ਅਜਨਬੀ ਬੋਲਿਆ, ਮੇਰੇ ਪਿਓ ਨੇ ਕਿਹਾ ਇਹ ਕੰਮ ਸਾਥੋਂ ਨਹੀਂ ਹੋਣਾ। ਸੈਂਕੜੇ ਵਰ੍ਹਿਆਂ ਤੋਂ ਅਸੀਂ ਲੋਕ ਇਸ ਪਿੰਡ 'ਚ ਇਕੱਠੇ ਹੀ ਰਹਿ ਰਹੇ ਹਾਂ, ਸਾਥੋਂ ਇਹ ਕੰਮ ਨਹੀਂ ਹੋਣਾ। ਉਸ ਹਾਲਤ 'ਚ ਅਸੀਂ ਅਲੀਪੁਰ ਸੈਦਾਂ ਵਾਲੇ ਆਪ ਆ ਕੇ ਇਹ ਕੰਮ ਕਰਾਂਗੇ। ਅਜਨਬੀ ਨੇ ਤੁਫੈਲ ਨੂੰ ਧਮਕੀ ਦਿੰਦਿਆਂ ਕਿਹਾ। ਤੁਫੈਲ ਚੁੱਪ ਰਿਹਾ। ਬੜੀ ਦੇਰ ਤੱਕ ਸਰਕੜਿਆਂ ਦੇ ਜੰਗਲ 'ਚ ਚੁੱਪ ਵਾਪਰੀ ਰਹੀ। ਆਖਰ ਅਜਨਬੀ ਨੇ ਚੁੱਪ ਨੂੰ ਤੋੜਦਿਆਂ ਹੋਇਆਂ ਕਿਹਾ, ਅੱਛਾ ਮੈਂ ਚੱਲਦਾ। 2 ਇਨਸਾਨਾਂ ਦੇ ਪੈਰ ਸਰਕੜਿਆਂ ਦੇ ਜੰਗਲ 'ਚ ਅਲੱਗ-ਅਲੱਗ ਰਸਤਿਆਂ ਵੱਲ ਘੁੰਮੇ ਅਤੇ ਸਾਥੋਂ ਦੂਰ ਹੁੰਦੇ ਗਏ। ਥੋੜ੍ਹੀ ਦੇਰ ਬਾਅਦ ਜੰਗਲ 'ਚ ਸੰਨਾਟਾ ਪਸਰ ਗਿਆ। ਮੈਂ ਕਾਹਲ ਨਾਲ ਸ਼ਾਦਾਂ ਨੂੰ ਆਪਣੇ ਸੀਨੇ ਨਾਲ ਵੱਖ ਕਰਦਿਆਂ ਕਿਹਾ, ਹੁਣ ਤੂੰ ਫੌਰਨ ਘਰ ਚਲੀ ਜਾ। ਉਹ ਜ਼ੋਰ ਨਾਲ ਮੇਰੇ ਸੀਨੇ ਨਾਲ ਚਿਪਕਦੀ ਹੋਈ ਬੋਲੀ, ਨਹੀਂ, ਮੈਂ ਨਹੀਂ ਜਾਵਾਂਗੀ। ਜਿੱਥੇ ਤੂੰ ਜਾਏਂਗਾ ਉੱਥੇ ਹੀ ਮੈਂ ਜਾਵਾਂਗੀ। ਮੈਂ ਇੱਕ ਫਿੱਕੀ ਜਿਹੀ ਮੁਸਕਾਨ ਨਾਲ ਕਿਹਾ, ਤੂੰ ਸਭ ਸੁਣ ਲਿਆ ਹੈ ਨਾ? ਨਹੀਂ। ਉਹ ਭੈ ਭੀਤ ਨਜ਼ਰਾਂ ਨਾਲ ਮੇਰੇ ਵੱਲ ਦੇਖ ਕੇ ਬੋਲੀ, ਉਹ ਇੰਝ ਨਹੀਂ ਕਰ ਸਕਦੇ। ਸੱਚੀ ਉਹ ਇੰਝ ਨਹੀਂ ਕਰ ਸਕਦੇ। ਅਸੀਂ ਸਾਰੇ ਲੋਕ ਤਾਂ ਇਸੇ ਧਰਤੀ ਦੀ ਔਲਾਦ ਹਾਂ। ਧਰਤੀ ਕਦੀ ਜ਼ਹਿਰ ਨਹੀਂ ਉਗਲਦੀ ਸ਼ਾਦਾਂ। ਧਰਤੀ 'ਚੋਂ ਤਾਂ ਹਰੀਆਂ ਹਰੀਆਂ ਕਰੂੰਬਲਾਂ ਫੁੱਟਦੀਆਂ ਨੇ। ਪਰ ਤੂੰ ਦੇਖਿਆ ਹੋਵੇਗਾ ਜਦੋਂ ਬਾਹਰਲੀਆਂ ਜ਼ਹਿਰੀਲੀਆਂ ਹਵਾਵਾਂ ਚੱਲਣ ਲੱਗ ਪੈਂਦੀਆਂ ਨੇ ਤਾਂ ਵਹਿੰਦਿਆਂ ਹਰੀਆਂ ਭਰੀਆਂ ਖੇਤੀਆਂ ਉੱਜੜ ਜਾਂਦੀਆਂ ਨੇ। ਇਸ 'ਚ ਧਰਤੀ ਦਾ ਕੀ ਕਸੂਰ? ਸ਼ਾਦਾਂ ਨੇ ਸਿਰ ਸੁੱਟ ਲਿਆ। ਮੈਂ ਉਹਨੂੰ ਆਪਣੇ ਨਾਲੋਂ ਅਲੱਗ ਕਰਦਿਆਂ ਕਿਹਾ, ਤੂੰ ਜਲਦੀ ਨਾਲ ਘਰ ਚਲੀ ਜਾ, ਨਹੀਂ ਤਾਂ ਗਜ਼ਬ ਹੋ ਜਾਏਗਾ। ਸੈਂਕੜੇ ਵਾਰੀ ਕਹਿਣ 'ਤੇ ਵੀ ਜਿਸ ਚੀਜ਼ ਦਾ ਫੈਸਲਾ ਨਹੀਂ ਹੋ ਸਕਿਆ ਉਹਦਾ ਅੱਜ ਕੀ ਹੱਲ ਨਿਕਲੇਗਾ। ਉਹ ਲੋਕ ਬੜੇ ਚਲਾਕ ਨੇ ਸ਼ਾਦਾਂ। ਉਹ ਲੋਕ ਜਿਹੜੇ ਸਾਡੇ ਦੇਸ਼ ਦੇ ਟੁਕੜੇ ਕਰ ਰਹੇ ਨੇ, ਸਭ ਤੋਂ ਪਹਿਲਾਂ ਉਹਨਾਂ ਸਾਡੇ ਦਿਲਾਂ ਦੇ ਟੋਟੇ ਕੀਤੇ ਨੇ। ਵੰਡਾਰੇ ਤਾਂ ਪਹਿਲਾਂ ਦਿਲਾਂ ਤੋਂ ਸ਼ੁਰੂ ਹੁੰਦੇ ਨੇ। ਇਹ ਗੱਲ ਤੂੰ ਮੈਨੂੰ ਕਹਿ ਰਿਹਾ ਹੈ? ਸ਼ਾਦਾਂ ਸ਼ਿਕਾਇਤ ਭਰੀ ਸੁਰ 'ਚ ਬੋਲੀ। ਤੈਨੂੰ ਨਹੀਂ, ਸ਼ਾਇਦ ਮੈਂ ਇਹ ਗੱਲ ਸਰਕੜਿਆਂ ਦੇ ਜੰਗਲ ਨੂੰ ਕਹਿ ਰਿਹਾ, ਉਹਨਾਂ ਰਸਤਿਆਂ ਨੂੰ ਕਹਿ ਰਿਹਾ
ਤੇ ਉਸ ਉਮੀਦ ਨੂੰ ਕਹਿ ਰਿਹਾ ਜਿਹੜੀ ਮੇਰੇ ਲਈ ਕਦੀ ਮੁਸਾਫਰ ਬਣਨ ਨਹੀਂ ਆਏਗੀ। ਹੁਣ ਤੂੰ ਜਲਦੀ ਨਾਲ ਆਪਣੇ ਘਰ ਜਾ, ਮੈਂ ਮਹਿਲਾਂ ਜਾ ਕੇ ਖਬਰ ਦਿੰਦਾ। ਸ਼ਾਦਾਂ ਰੋਂਦੀ ਚਲੀ ਗਈ। ਮੈਂ ਮਹਿਲਾਂ ਜਾ ਕੇ ਸਾਰਿਆਂ ਨੂੰ ਖਬਰ ਕਰ ਦਿੱਤੀ। ਕਈ ਦਿਨਾਂ ਦੀਆਂ ਲਾਲਾ ਗਾਂਵ 'ਚ ਆਸੇ ਪਾਸੇ ਦੇ ਪਿੰਡਾਂ 'ਚ ਵਿਆਹੀਆਂ ਬ੍ਰਾਹਮਣਾਂ ਤੇ ਖੱਤਰੀਆਂ ਦੀਆਂ ਕੁੜੀਆਂ ਇਕੱਠੀਆਂ ਹੋ ਰਹੀਆਂ ਸਨ। ਇਹ ਖਬਰ ਸੁਣਦਿਆਂ ਇੱਕ ਕੋਹਰਾਮ ਜਿਹਾ ਮਚ ਗਿਆ। ਥੋੜ੍ਹੀ ਦੇਰ 'ਚ ਨੰਬਰਦਾਰ ਸਰਬੁਲੰਦ ਦੌੜਦਾ ਹੋਇਆ ਸਾਡੇ ਘਰ ਆਇਆ। ਉਹ ਮੇਰੀ ਨਾਨੀ ਈਸ਼ਵਰ ਕੌਰ ਦੀ ਬੜੀ ਇੱਜ਼ਤ ਕਰਦਾ ਸੀ। ਮੇਰੀ ਨਾਨੀ ਪਿੰਡ ਦੀ ਸਭ ਤੋਂ ਬੁੱਢੀ ਔਰਤ ਸੀ ਤੇ ਪਿੰਡ 'ਚ ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਕੋਈ ਵੀ ਉਹਦਾ ਕਹਿਣਾ ਨਹੀਂ ਸੀ ਟਾਲ ਸਕਦਾ। ਉਹਦੀ ਉਮਰ 85 ਵਰ੍ਹਿਆਂ ਦੀ ਸੀ ਤੇ ਉਹ ਲਗਭਗ 100 ਵਰ੍ਹਿਆਂ ਦੀ ਦਿਖਾਈ ਦਿੰਦੀ ਸੀ। ਉਹਨੇ ਦੇਖਦਿਆਂ ਹੀ ਨੰਬਰਦਾਰ ਨੂੰ ਪੁੱਠੇ ਹੱਥੀਂ ਲਿਆ। ਵੇ ਸਰਬੁਲੰਦਾ, ਨਾਨੀ ਨੇ ਨੰਬਰਦਾਰ ਨੂੰ ਗਾਲ ਕੱਢਦਿਆਂ ਕਿਹਾ, ਤੇਰੇ ਸਿਰ 'ਚ ਸੋਆ, ਇਹ ਮੈਂ ਕੀ ਸੁਣ ਰਹੀ ਹਾਂ। ਸਰਬੁਲੰਦ ਨੇ ਆ ਕੇ ਈਸ਼ਵਰ ਕੌਰ ਦੇ ਪੈਰੀਂ ਹੱਥ ਲਾਏ ਤੇ ਕਿਹਾ, ਅੰਮਾ ਅਸੀਂ ਤੇਰੇ ਪੁੱਤਰ ਹਾਂ। ਅਲੀਪੁਰ ਸੈਦਾਂ ਵਾਲੇ ਸਾਡੇ ਜਿਉਂਦੇ ਜੀ ਇਸ ਪਿੰਡ ਦੀਆਂ ਨੂੰਹਾਂ ਧੀਆਂ ਵੱਲ ਅੱਖ ਚੁੱਕ ਨਹੀਂ ਵੇਖ ਸਕੇ। ਬਸਤੀ ਦੇ ਸਾਰੇ ਮੁਸਲਮਾਨਾਂ ਦਾ ਇੱਕੋ ਫੈਸਲਾ ਹੈ। ਸੁੱਕੇ ਬੁੱਲਾਂ ਤੇ ਖੁਸ਼ੀ ਦੀ ਲਹਿਰ ਦੌੜ ਗਈ। ਮਾਤਾ ਈਸ਼ਵਰ ਕੌਰ ਜਾਣਦੀ ਸੀ ਕਿ ਨੰਬਰਦਾਰ ਸਰਬੁਲੰਦ ਕਦੀ ਝੂਠ ਨਹੀਂ ਬੋਲਦਾ। ਉਹ ਬੇਫਿਕਰ ਹੋ ਗਈ ਤੇ ਜਦੋਂ ਬੇਫਿਕਰ ਹੋ ਗਈ ਤਾਂ ਸਾਰੇ ਬੇਫਿਕਰ ਹੋ ਗਏ। ਬੰਨੇ ਹੋਏ ਬਿਸਤਰੇ ਫੇਰ ਖੋਲ੍ਹ ਦਿੱਤੇ ਗਏ। ਪੰਡਾਂ ਪੋਟਲੀਆਂ ਦਾ ਸਮਾਨ ਬਾਹਰ ਕੱਢਿਆ ਗਿਆ। ਪੱਕੀ ਉਮਰ ਦੀਆਂ ਸੁਆਣੀਆਂ ਚੁੱਲ੍ਹੇ ਚੌਂਕੇਦਾਰ ਕਰਨ ਲੱਗੀਆਂ ਤੇ ਜਵਾਨ ਬਹੂਆਂ ਸ਼ੀਸ਼ਾ ਵੇਖ ਕੇ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ 'ਚ ਕੱਜਲ ਪਾਉਣ ਲੱਗ ਪਈਆਂ ਤੇ ਆਪਣੀ ਸੁੰਦਰਤਾ ਤੋਂ ਖੁਦ ਹੀ ਸ਼ਰਮਾ ਕੇ ਘੁੰਡ ਦੀ ਓਟ 'ਚ ਲੁਕਣ ਲੱਗੀਆਂ। 2-3 ਦਿਨ ਬੜੀ ਬੇਫਿਕਰੀ ਨਾਲ ਬੀਤ ਗਏ। ਕਿਸੇ ਤਰ੍ਹਾਂ ਦੀ ਗਲਤ ਘਟਨਾ ਨਹੀਂ ਹੋਈ। ਹਿੰਦੂ ਮੁਸਲਮਾਨ ਰਲ ਕੇ ਪਿੰਡ ਦੇ ਚਾਰੇ ਪਾਸੇ ਪਹਿਰਾ ਦਿੰਦੇ ਸਨ। ਪਰੇਸ਼ਾਨੀ ਵਾਲੀ ਗੱਲ ਤਾਂ ਇਹ ਸੀ ਕਿ ਲਾਲਾ ਗਾਂਵ 'ਚ ਆਸੇ ਪਾਸੇ ਦੇ ਇਲਾਕੇ ਦੇ ਬ੍ਰਾਹਮਣਾਂ ਤੇ ਖੱਤਰੀਆਂ ਦੇ ਪਰਿਵਾਰ ਸ਼ਰਨ ਲੈਣ ਲਈ ਆ ਰਹੇ ਸੀ। ਕਿਧਰੇ ਕੋਈ ਝਗੜਾ ਨਹੀਂ ਸੀ ਹੋਇਆ, ਪਰ ਜਿਵੇਂ ਤੂਫਾਨ ਆਉਣ ਤੋਂ ਪਹਿਲਾਂ ਪੰਛੀ ਹਵਾ ਸੁੰਘ ਕੇ ਆਪਣੇ ਆਲ੍ਹਣੇ ਛੱਡ ਕੇ ਉਲਟੀਆਂ ਦਿਸ਼ਾਵਾਂ ਵੱਲ ਉੱਡਣ ਲੱਗ ਜਾਂਦੇ ਨੇ, ਉਸੇ ਤਰ੍ਹਾਂ ਚਾਰੇ ਪਾਸਿਓਂ ਲਾਲਾ ਗਾਂਵ 'ਚ ਹਿੰਦੂ ਤੁਰੇ ਆ ਰਹੇ ਸੀ। ਪਰ 5 ਅਗਸਤ ਦੀ ਸ਼ਾਮ ਨੂੰ ਪਿੰਡ ਅਲੀਪੁਰ ਸੈਦਾਂ ਵਾਲੇ ਪਾਸੇ ਢੋਲ ਵਜਾਏ ਜਾਣ ਲੱਗੇ। ਢੋਲਾਂ ਦੀ ਆਵਾਜ਼ ਉੱਚੀ ਹੁੰਦੀ ਹੋਈ ਨੇੜੇ ਆਉਂਦੀ ਗਈ। ਮਹਿਲਾਂ ਅੰਦਰ ਔਰਤਾਂ ਚੀਕਾਂ ਮਾਰ-ਮਾਰ ਰੋਣ ਲੱਗੀਆਂ। ਬਹੁਤ ਸਾਰੀਆਂ ਔਰਤਾਂ ਬੇਹੋਸ਼ ਹੋ ਗਈਆਂ। ਬੱਚਿਆਂ ਦੇ ਰੋਣ ਚੀਕਣ ਨਾਲ ਕਾਂਵਾਂ ਰੌਲੀ ਮੱਚ ਗਈ। ਐਨ ਉਸੇ ਵੇਲੇ ਨੰਬਰਦਾਰ ਸਰਬੁਲੰਦ ਨੇ ਆ ਕੇ ਕਿਹਾ, ਅਲੀਪੁਰ ਸੈਦਾਂ ਤੋਂ 500 ਮੁਸਲਮਾਨਾਂ ਦਾ ਜੱਥਾ ਆ ਰਿਹਾ। ਅਸੀਂ ਲੋਕ ਉਹਨਾਂ ਨੂੰ ਰੋਕਣ ਵਾਲੇ ਕੁੱਲ 50 ਮੁਸਲਮਾਨ ਹਾਂ। ਮੈਂ ਤੁਹਾਨੂੰ ਬਚਾ ਨਹੀਂ ਸਕਦਾ। ਤੁਸੀਂ ਲੋਕ ਆਪਣੀ ਆਪਣੀ ਫਿਕਰ ਕਰੋ। ਸਰਬੁਲੰਦ ਦੇ ਜਾਣ ਪਿੱਛੋਂ ਅਜਿਹੀ ਭਗਦੜ ਮਚੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮਾਂ ਧੀ ਨੂੰ ਭੁੱਲ ਗਈ, ਧੀ ਪਿਓ ਨੂੰ ਤੇ ਪਿਓ ਆਪਣੀ ਔਲਾਦ ਨੂੰ। ਜਿੱਧਰ ਜਿਸ ਦੇ ਸਿੰਘ ਸਮਾਏ ਮਹਿਲਾਂ 'ਚੋਂ ਭੱਜ ਗਿਆ। ਥੋੜ੍ਹੀ ਦੇਰ 'ਚ ਮਹਿਲਾਂ ਦੀ ਆਲੀਸ਼ਾਨ ਹਵੇਲੀ ਵੀਰਾਨ ਸੀ। ਸਿਰਫ ਇੱਕ ਹਨੇਰੇ ਕੋਨੇ 'ਚ ਨਾਨੀ ਮਾਂ ਚੁੱਪ-ਚਾਪ ਲੇਟੀ ਹੋਈ ਸੀ। ਜਦੋਂ ਮੈਂ ਉਹਦੇ ਪੁਆਂਦੀ ਆ ਕੇ ਖੜ੍ਹਾ ਹੋਇਆ ਤਾਂ ਉਹ ਬੋਲੀ, ਵੇ ਮੱਥੇ ਸੜਿਆ, ਤੂੰ ਨਹੀਂ ਗਿਆ? ਨਾਨੀ ਮਾਂ, ਮੈਂ ਤੁਹਾਨੂੰ ਨਾਲ ਲੈ ਕੇ ਜਾਵਾਂਗਾ। ਕਿਵੇਂ ਲੈ ਕੇ ਜਾਏਂਗਾ? ਮੈਂ ਤਾਂ ਤੁਰ ਨਹੀਂ ਸਕਦੀ। ਮੈਂ ਤੁਹਾਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਲੈ ਜਾਵਾਂਗਾ। ਜਦੋਂ ਮੇਰੇ ਆਪਣੇ ਪੁੱਤਰ ਮੈਨੂੰ ਨਹੀਂ ਲਗਾਏ ਤਾਂ ਤੂੰ ਕੀ ਲੈ ਜਾਏਂਗਾ? ਬੁੱਢੀ ਨਾਨੀ ਅੱਖਾਂ ਭਰ ਕੇ ਬੋਲੀ, ਮੈਂ ਲੈ ਜਾਵਾਂਗਾ। ਮੈਂ ਨਾਨੀ ਦੇ ਨੇੜੇ ਹੋਇਆ ਤਾਂ ਕਿ ਉਹਨੂੰ ਆਪਣੇ ਮੋਢੇ 'ਤੇ ਬਿਠਾ ਲਵਾਂ। ਖਬਰਦਾਰ ਜੇ ਮੈਨੂੰ ਹੱਥ ਲਾਇਆ, ਮੈਨੂੰ ਇੱਥੇ ਹੀ ਰਹਿਣ ਦੇ। ਢੋਲਾਂ ਦੀ ਆਵਾਜ਼ ਨੇੜੇ ਆਉਂਦੀ ਜਾ ਰਹੀ ਸੀ। ਨਾਨੀ ਮਾਂ, ਕੀ ਇਹ ਆਵਾਜ਼ ਤੁਹਾਨੂੰ ਨਹੀਂ ਸੁਣ ਰਹੀ? ਉਹ ਲੋਕ ਨੇੜੇ ਆ ਰਹੇ ਨੇ। ਮੈਂ ਜ਼ਰਾ ਉੱਚਾ ਸੁਣਦੀ ਹਾਂ, ਨਾਨੀ ਮਾਂ ਬੋਲੀ। ਭਗਵਾਨ ਕਰੇ ਜੋ ਮੈਂ ਸੁਣਦੀ ਹਾਂ ਕਦੀ ਨਾ ਸੁਣ ਸਕਾਂ। ਤੂੰ ਮੈਨੂੰ ਇੱਥੇ ਛੱਡ ਦੇ ਤੇ ਚਲਾ ਜਾ। ਮੈਨੂੰ ਕੁਛ ਨਹੀਂ ਕਹਿਣਗੇ। ਪੀਰ ਜਮਾਇਤ ਅਲੀ ਸ਼ਾਹ ਪੀਰ ਜਮਾਇਤ ਅਲੀ ਸ਼ਾਹ ਦਾ ਬੱਚਾ, ਉਹ ਆਵੇ ਤਾਂ ਜ਼ਰਾ ਮੇਰੇ ਸਾਹਮਣੇ। ਜਦੋਂ ਜੰਮਿਆ ਵੀ ਨਹੀਂ ਸੀ, ਜਦੋਂ ਉਹਦੀ ਮਾਂ ਦਾ ਵਿਆਹ ਹੋਇਆ ਸੀ, ਮੈਂ ਆਪ ਅਲੀਪੁਰ ਸੈਦਾਂ ਗਈ ਸੀ ਤੇ ਉਹਦੀ ਮਾਂ ਨੂੰ ਵਿਆਹ ਦਾ ਜੋੜਾ ਦਿੱਤਾ ਸੀ। ਉਹ ਆਵੇ ਤਾਂ ਸਹੀ ਮੇਰੇ ਸਾਹਮਣੇ। ਪਰ ਨਾਨੀ ਮਾਂ, ਤੂੰ ਚਲਾ ਜਾ। ਮੈਂ ਤੈਨੂੰ ਕਹਿੰਦੀ ਹਾਂ, ਆਪਣਾ ਖੂਨ ਮੇਰੇ ਸਿਰ ਨਾ ਚੜਾ। ਮੈਂ ਬਹੁਤੀ ਗੱਲ ਨਹੀਂ ਕਰ ਸਕਦੀ। ਨਾਨੀ ਮਾਂ ਨੇ ਪਲਟ ਕੇ ਪਲੰਗ 'ਤੇ ਪਾਸਾ ਬਦਲ ਲਿਆ ਤੇ ਮੇਰੇ ਵੱਲ ਪਿੱਠ ਕਰ ਲਈ ਤੇ ਮੈਂ ਨੀਵੀਂ ਪਾ ਕੇ ਮਹਿਲਾਂ 'ਚੋਂ ਬਾਹਰ ਨਿਕਲ ਆਇਆ। ਵੱਡੇ ਦਰਵਾਜ਼ੇ 'ਚੋਂ ਬਾਹਰ ਨਿਕਲ ਕੇ ਮੈਂ ਪਹਿਲਾਂ ਪਗਡੰਡੀ 'ਤੇ ਹੋ ਲਿਆ, ਜਿਹੜੀ ਗੰਨਿਆਂ ਦੇ ਖੇਤ 'ਚੋਂ ਹੋ ਕੇ ਜਾਂਦੀ ਸੀ। ਯਕਦਮ ਮੈਨੂੰ ਕੁਝ ਯਾਦ ਆਇਆ ਤੇ ਮੈਂ ਪਗਡੰਡੀ ਤੋਂ ਪਲਟ ਕੇ ਮਹਿਲਾਂ ਦੇ ਦੂਜੇ ਪਾਸੇ ਚਲਾ ਗਿਆ, ਜਿੱਧਰ ਸਰਕੰਡਿਆਂ ਦੇ ਝੁੰਡ ਸਨ। ਹੁਣ ਢੋਲਾਂ ਦੇ ਨਾਲ ਨਾਲ ਅੱਲਾਹੂ ਅਕਬਰ ਦੇ ਨਾਅਰਿਆਂ ਦੀ ਆਵਾਜ਼ ਵੀ ਸਾਫ਼ ਸੁਣਾਈ ਦੇਣ ਲੱਗ ਪਈ ਸੀ। ਅੱਲਾਹੂ ਅਕਬਰ ਯਾਨੀ ਖੁਦਾ ਬਹੁਤ ਵੱਡਾ ਹੈ ਤੇ ਇਨਸਾਨ ਬੜਾ ਛੋਟਾ ਹੈ, ਤੰਗ ਦਿਲ, ਕਮੀਨਾ ਤੇ ਨਫ਼ਰਤ ਦਾ ਬੰਦਾ ਹੈ।
ਤੇ ਤਹਿਜ਼ੀਬ ਦੇ ਉੱਚੇ ਉੱਚੇ ਮੀਨਾਰਾਂ 'ਤੇ ਚੜ੍ਹ ਕੇ ਵੀ ਉਹ ਆਪਣੇ ਸੁਭਾਅ ਦੀ ਖੋਟ ਦਾ ਪ੍ਰਦਰਸ਼ਨ ਕਰਨ ਤੋਂ ਬਾਜ਼ ਨਹੀਂ ਆਉਂਦਾ, ਕਿਉਂਕਿ ਉਹ ਇੱਕ ਇਨਸਾਨ ਹੈ, ਖੁਦਾ ਨਹੀਂ ਹੈ। ਇਸ ਲਈ ਮੈਂ ਇਹਨਾਂ ਨਾਅਰਿਆਂ ਨੂੰ ਕੋਈ ਮਹੱਤਵ ਨਾ ਦਿੱਤਾ ਤੇ ਆਖਰੀ ਨਜ਼ਰ ਮਾਰਨ ਲਈ ਸਰਕੜਿਆਂ ਦੇ ਝੁੰਡ ਵੱਲ ਚਲਾ ਗਿਆ, ਜਿੱਥੇ ਮੈਂ ਤੇ ਸ਼ਾਦਾਂ ਦੁਪਹਿਰ ਨੂੰ ਬੈਠਦੇ ਹੁੰਦੇ ਸੀ। ਪਰ ਹੁਣ ਉੱਥੇ ਕੋਈ ਨਹੀਂ ਸੀ। ਮੈਂ ਬੜੀ ਹਸਰਤ ਨਾਲ ਉਸ ਜਗ੍ਹਾ ਨੂੰ ਦੇਖਿਆ। ਉਂਝ ਤਾਂ ਉਸ ਜਗ੍ਹਾ 'ਚ ਕੋਈ ਖਾਸ ਗੱਲ ਨਹੀਂ ਸੀ। ਇੱਕ ਰੇਤਲਾ ਟਿੱਬਾ ਸੀ ਜਿੱਥੇ ਅਸੀਂ ਦੋਵੇਂ ਬੈਠਦੇ ਹੁੰਦੇ ਸੀ। ਸਾਹਮਣੇ ਬੰਜਰ ਜ਼ਮੀਨ ਸੀ, ਦਿਸ ਹੱਦਾਂ ਮਟਮੈਲੀ ਬੱਦਲਾਂ ਨਾਲ ਢਕਿਆ ਹੋਇਆ ਸੀ। ਇੱਥੇ ਕੁਝ ਵੀ ਤਾਂ ਨਹੀਂ ਸੀ। ਲਹਿਰਾਉਂਦੇ ਖੇਤ, ਫਲਾਂ ਨਾਲ ਲੱਦੇ ਰੁੱਖ, ਸੁੰਦਰ ਫੁੱਲ, ਰੰਗੀਨ ਦਿਸ ਹੱਦਾਂ, ਝਰਨੇ, ਪਹਾੜ, ਪਾਣੀ ਦੀ ਝੀਲ, ਕੁਝ ਵੀ ਨਹੀਂ ਸੀ ਜਿਨ੍ਹਾਂ ਕਰਕੇ ਕਿਸੇ ਧਰਤੀ ਦੀ ਕਵਿਤਾ ਲਿਖੀ ਜਾਂਦੀ ਹੈ। ਫਿਰ ਵੀ ਇਹ ਮੇਰੇ ਲਈ ਸਵਰਗ ਦਾ ਟੋਟਾ ਸੀ। ਸ਼ਾਦਾਂ, ਸ਼ਾਦਾਂ, ਮੈਂ ਧੀਮੀ ਆਵਾਜ਼ 'ਚ ਆਵਾਜ਼ਾਂ ਮਾਰੀਆਂ। ਸਾਡੇ ਮਿਲਣ ਦਾ ਇਹੋ ਤਰੀਕਾ ਸੀ। ਉਹ ਆ ਕੇ ਸਰਕੜਿਆਂ 'ਚ ਲੁਕ ਜਾਂਦੀ ਸੀ ਤੇ ਜਦੋਂ ਮੈਂ ਆਉਂਦਾ ਸੀ ਤੇ ਉਹਨੂੰ ਆਵਾਜ਼ਾਂ ਮਾਰਦਾ ਸੀ ਤਾਂ ਉਹ ਸਰਕੜਿਆਂ 'ਚੋਂ ਨਿਕਲ ਕੇ ਮੇਰੇ ਗਲ ਲੱਗ ਜਾਂਦੀ ਸੀ। ਮੈਨੂੰ ਪਤਾ ਸੀ ਉਹ ਇਸ ਸ਼ਾਮ ਇੱਥੇ ਨਹੀਂ ਹੈ। ਫਿਰ ਵੀ ਮੇਰੇ ਹਠੀਲੇ ਮਨ ਨੇ ਉਹਨੂੰ ਬੁਲਾਇਆ, ਸ਼ਾਦਾਂ, ਸ਼ਾਦਾਂ, ਪਰ ਉੱਥੇ ਕੋਈ ਨਹੀਂ ਸੀ। ਝੁੰਡ ਖਾਮੋਸ਼ ਖੜ੍ਹੇ ਸਨ। ਸਰਕੜਿਆਂ ਦੀਆਂ ਕਲਗੀਆਂ ਤੇ ਸ਼ਾਮ ਦੀ ਕਾਲਖ ਬਰੂਰੀ ਜਾ ਰਹੀ ਸੀ। ਮੈਂ ਕਾਹਲ ਨਾਲ ਉੱਥੋਂ ਭੱਜ ਲਿਆ ਤੇ ਕਿਲ੍ਹਾ ਸੋਭਾ ਸਿੰਘ ਦੇ ਸਟੇਸ਼ਨ ਵੱਲ ਦੌੜਨ ਲੱਗਾ। ਜੇ ਮੈਂ ਰਾਤ ਦੇ 8:30 ਵਜੇ ਵਾਲੀ ਗੱਡੀ ਫੜ ਕੇ ਨਾਰੋਵਾਲ ਚਲਾ ਜਾਵਾਂ ਤਾਂ ਮੈਨੂੰ ਨਾਰੋਵਾਲ ਤੋਂ ਲਾਹੌਰ ਜਾਣ ਵਾਲੀ ਕਨੈਕਟਿੰਗ ਗੱਡੀ ਮਿਲ ਜਾਏਗੀ। ਲਾਹੌਰ 'ਚ ਮੇਰੇ ਪਿਤਾ ਜੀ ਰਹਿੰਦੇ ਸਨ। ਕੋਈ ਪੌਣੇ ਘੰਟੇ ਪਿੱਛੋਂ ਚੱਕਰ ਕੱਟ ਕੇ ਮੈਂ ਕਿਲ੍ਹਾ ਸੋਭਾ ਸਿੰਘ ਸਟੇਸ਼ਨ 'ਤੇ ਪਹੁੰਚਿਆ ਤਾਂ ਹਨੇਰਾ ਖਾਸਾ ਗੂੜਾ ਹੋ ਚੁੱਕਾ ਸੀ। ਸਟੇਸ਼ਨ ਕੋਲ ਇੱਕ ਬੋਹੜ ਦਾ ਬੜਾ ਵੱਡਾ ਰੁੱਖ ਸੀ ਜਿਹਦੀਆਂ ਦਰਜਨਾਂ ਜਟਾਵਾਂ ਧਰਤੀ 'ਤੇ ਲਟਕੀਆਂ ਸਨ ਤੇ ਹਨੇਰੇ ਵਿੱਚ ਅਜੀਬ ਤਰ੍ਹਾਂ ਦੇ ਪਰਛਾਵੇਂ ਹਰਕਤ ਕਰ ਰਹੇ ਸਨ। ਹਰ ਪੈਰ 'ਤੇ ਮੌਤ ਨਜ਼ਰ ਆ ਰਹੀ ਸੀ। ਮੈਂ ਹੌਸਲਾ ਕਰਕੇ ਅੱਗੇ ਵਧ ਗਿਆ। ਯਕਦਮ ਇੱਕ ਪਰਛਾਵਾਂ ਬੋਹੜ ਦੇ ਤਣੇ ਪਿੱਛੋਂ ਮੇਰੇ ਵੱਲ ਆ ਲਿਆ। ਮੈਂ ਪਲਟ ਕੇ ਆਪਣੇ ਹੱਥ ਖੜ੍ਹੇ ਕਰ ਲਏ, ਪਰ ਸ਼ਾਦਾਂ ਦੌੜਦੀ ਹੋਈ ਮੇਰੀਆਂ ਬਾਹਾਂ 'ਚ ਆ ਗਈ। ਉਹਦੇ ਵਾਲ ਖਿਲਰੇ ਹੋਏ ਸਨ, ਉਹਦੀ ਕਮੀਜ਼ ਦੀਆਂ ਬਾਹਾਂ ਪਾਟੀਆਂ ਸਨ। ਉਹ ਨੰਗੇ ਪੈਰੀਂ ਭੱਜਦੀ ਆਈ ਸੀ। ਉਹਨੇ ਕਾਹਲ ਨਾਲ ਕਿਹਾ, ਮੈਂ ਤੁਫੈਲ ਨੂੰ ਸਭ ਕੁਝ ਦੱਸ ਦਿੱਤਾ ਹੈ। ਉਹ ਤੈਨੂੰ ਲਾਹੌਰ ਬਿਲਕੁਲ ਠੀਕ ਠਾਕ ਪਹੁੰਚਾ ਦੇਗਾ। ਤੁਫੈਲ ਮੈਨੂੰ ਜਾਨੋਂ ਤਾਂ ਨਹੀਂ ਮਾਰੇਗਾ? ਨਹੀਂ, ਕਿਉਂਕਿ ਮੈਂ ਉਸ ਨਾਲ ਵਾਅਦਾ ਕਰ ਲਿਆ ਕਿ ਮੈਂ ਉਹਦੇ ਦੋਸਤ ਆਫਤਾਬ ਨਾਲ ਸ਼ਾਦੀ ਕਰ ਲਵਾਂਗੀ, ਜਿਹੜਾ ਇੱਕ ਅਰਸੇ ਤੋਂ ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ। ਉਹ ਘਬਰਾਈ ਹੋਈ ਜਲਦੀ ਜਲਦੀ ਕਹਿ ਰਹੀ ਸੀ ਤੇ ਉਹਨੂੰ ਸਾਹ ਚੜ੍ਹਿਆ ਹੋਇਆ ਸੀ। ਪਰ ਤੁਫੈਲ ਕਿੱਥੇ ਹੈ? ਸਾਹਮਣੇ ਸਟੇਸ਼ਨ 'ਤੇ ਤੈਨੂੰ ਉਡੀਕ ਰਿਹਾ। ਲਾਹੌਰ ਪਹੁੰਚ ਕੇ ਉਹ ਤੇਰੇ ਹੱਥ ਦਾ ਲਿਖਿਆ ਹੋਇਆ ਖੱਤ ਮੇਰੇ ਨਾਂ ਲਿਆਏਗਾ। ਜੇ ਉਹ ਖੱਤ ਨਾ ਲਿਆਇਆ ਤਾਂ ਮੈਂ ਜਾਨ ਦੇ ਦਿਆਂਗੀ। ਅਚਾਨਕ ਉਹ ਚੁੱਪ ਹੋ ਗਈ ਤੇ ਫਿਰ ਇੱਕ ਹੌਕਾ ਜਿਹਾ ਭਰ ਕੇ ਬੋਲੀ, ਹੁਣ ਤੂੰ ਜਾ। ਜਿਵੇਂ ਧਰਤੀ ਮੇਰੇ ਪੈਰਾਂ ਹੇਠੋਂ ਨਿਕਲ ਗਈ ਹੋਵੇ। ਯਕਦਮ ਮੇਰੀਆਂ ਲੱਤਾਂ ਨੇ ਜਵਾਬ ਦੇ ਦਿੱਤਾ ਤੇ ਮੈਂ ਉੱਥੇ ਭੁੰਜੇ ਹੀ ਬੈਠ ਕੇ ਸ਼ਾਦਾਂ ਦੀਆਂ ਲੱਤਾਂ ਨੂੰ ਚੰਬੜ ਕੇ ਰੋਣ ਲੱਗਾ। ਮੈਂ ਕਿਵੇਂ ਜਾਵਾਂ? ਤੈਨੂੰ ਛੱਡ ਕੇ ਕਿਵੇਂ ਜਾਵਾਂ? ਸ਼ਾਦਾਂ, ਨਹੀਂ, ਮੈਂ ਨਹੀਂ ਜਾਵਾਂਗਾ। ਉਹ ਬੋਲੀ, ਉੱਠ, ਯਾਦ ਕਰ, ਤੇਰੀ ਬੀਵੀ ਤੇ ਬੱਚੇ ਨੇ, ਮਾਂ ਤੇ ਪਿਓ ਨੇ, ਭੈਣ ਤੇ ਭਰਾ ਨੇ। ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਤੇਰੇ 'ਤੇ ਹੈ। ਢੱਠੇ ਖੂਹ 'ਚ ਪੈਣ ਸਾਰੇ। ਮੈਂ ਰੋਂਦਿਆਂ ਕਿਹਾ, ਮੈਂ ਇੱਥੇ ਹੀ ਰਹਾਂਗਾ। ਮੈਂ ਮੁਸਲਮਾਨ ਬਣ ਜਾਂਗਾ ਤੇ ਤੇਰੇ ਨਾਲ ਵਿਆਹ ਕਰ ਲਾਂਗਾ। ਫਿਰ ਮੈਂ ਤੇਰੀ ਇੱਜ਼ਤ ਨਹੀਂ ਕਰਾਂਗੀ। ਸ਼ਾਦਾਂ ਨੇ ਹੌਲੀ ਜਿਹੀ ਕਿਹਾ। ਫਿਰ ਝੁਕੀ ਤੇ ਬੜੇ ਪਿਆਰ ਨਾਲ ਮੈਨੂੰ ਧਰਤੀ ਤੋਂ ਉਠਾ ਲਿਆ ਤੇ ਇੱਕ ਬੱਚੇ ਵਾਂਗ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਆਪਣੀਆਂ ਕੋਮਲ ਹਥੇਲੀਆਂ ਨਾਲ ਮੇਰੇ ਹੰਝੂ ਪੂੰਝਣ ਲੱਗੀ। ਅਥਰੂਆਂ ਨਾਲ ਸਿੱਜਲ ਉਹਦੀਆਂ ਨਿਗਾਹਾਂ ਮੈਨੂੰ ਕਹਿ ਰਹੀਆਂ ਸਨ, ਅੱਜ ਆਖਰੀ ਵਾਰ ਮੈਂ ਆਪਣੇ ਹੱਥਾਂ ਨਾਲ ਤੇਰੇ ਹੰਝੂ ਪੂੰਝਦੇ ਹਾਂ, ਕਿਉਂਕਿ ਇਸ ਪਿੱਛੋਂ ਮੇਰੇ ਹੱਥ ਤੇਰੇ ਹੰਝੂਆਂ ਨਾਲ ਕਦੇ ਗਿੱਲੇ ਨਹੀਂ ਹੋਣਗੇ। ਜ਼ਿੰਦਗੀ ਭਰ ਤੂੰ ਮੇਰੇ ਲਈ ਰੋਂਦਾ ਰਹੇਂਗਾ ਤੇ ਜ਼ਿੰਦਗੀ ਭਰ ਮੈਂ ਤੇਰੇ ਲਈ ਰੋਂਦੀ ਰਹਾਂਗੀ ਤੇ ਸਾਡੇ ਵਹਿੰਦੇ ਹੋਏ ਹੰਝੂ 7 ਸਮੁੰਦਰ ਬਣ ਕੇ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦੇਣਗੇ। ਪਰ ਇਸ ਦੂਰੀ ਦੇ ਬਾਵਜੂਦ ਮੈਨੂੰ ਇਹ ਵੀ ਪਤਾ ਹੈ ਕਿ ਖੂਬਸੂਰਤੀ ਤੇ ਮੁਹੱਬਤ ਤੇ ਪਿਆਰ ਦੇ ਹਰ ਮਿਹਰਬਾਨ ਮੋੜ 'ਤੇ ਤੂੰ ਮੈਨੂੰ ਯਾਦ ਆਏਂਗਾ। ਸ਼ਾਮ ਦੇ ਕੁਸਮੁਸੇ 'ਚ ਜਦੋਂ ਆਪਣੇ ਸ਼ੌਹਰ ਨੂੰ ਗਰਮ ਖਾਣਾ ਖਵਾਵਾਂਗੀ ਤਾਂ ਤੈਨੂੰ ਯਾਦ ਕਰਾਂਗੀ। ਰਾਤ ਦੇ ਸੁੰਨੇਪਨ 'ਚ ਜਦ ਆਪਣੇ ਬੱਚੇ ਛਾਤੀ ਨਾਲ ਲਾ ਕੇ ਲੋਰੀ ਦਿਆਂਗੀ ਤਾਂ ਤੈਨੂੰ ਯਾਦ ਕਰਾਂਗੀ। ਤੇ ਜਦੋਂ ਸਭ ਖਤਮ ਹੋ ਜਾਏਗਾ, ਜਦੋਂ ਜ਼ਿੰਦਗੀ ਦੇ ਸਾਰੇ ਫਰਜ਼ ਹੋ ਜਾਣਗੇ ਤੇ ਮੌਤ ਮੇਰੀਆਂ ਪਲਕਾਂ ਨੂੰ ਆਖਰੀ ਵਾਰ ਛੂਹਣ ਲਈ ਆਏ, ਉਦੋਂ ਮੈਂ ਤੈਨੂੰ ਯਾਦ ਕਰਾਂਗੀ। ਮੇਰੇ ਆਖਰੀ ਸਾਹ, ਦਿਲ ਦੀ ਆਖਰੀ ਧੜਕਣ ਤੇ ਬੁੱਲ੍ਹਾਂ ਦੀ ਆਖਰੀ ਹਰਕਤ 'ਚ ਤੂੰ ਦੁਆ ਬਣ ਕੇ ਆ ਜਾਏਗਾ ਤੇ ਮੇਰੀ ਆਤਮਾ 'ਚ ਸਮਾ ਜਾਏਗਾ। ਯਾਦ, ਯਾਦ, ਯਾਦ,
ਯਾਦ ਜੇ ਦੌਲਤ ਹੁੰਦੀ ਤਾਂ ਅੱਜ ਦੁਨੀਆ 'ਚ ਕੋਈ ਗਰੀਬ ਨਾ ਹੁੰਦਾ, ਪ੍ਰੇਮ ਲਈ ਕੋਈ ਤਰਸਦਾ ਨਾ ਰਹਿੰਦਾ। ਸ਼ਾਦਾਂ ਨੇ ਆਪ ਮੈਨੂੰ ਇੱਕ ਵਾਰੀ ਕਿਹਾ ਸੀ, ਪਰ ਅੱਜ ਮੈਂ ਉਹਨੂੰ ਕੁਝ ਵੀ ਯਾਦ ਨਾ ਕਰਵਾਇਆ। ਠੀਕ ਨਹੀਂ ਸੀ ਸਮਝਿਆ। ਮੈਂ ਆਪਣੇ ਅੱਥਰੂ ਪੂੰਝ ਲਏ, ਗਲ ਲਾ ਕੇ ਉਹਨੂੰ ਪਿਆਰ ਕੀਤਾ, ਫਿਰ ਆਪਣਾ ਹੱਥ ਛੁਡਾ ਕੇ ਸਟੇਸ਼ਨ ਵੱਲ ਨੱਸਿਆ, ਕਿਉਂਕਿ ਗੱਡੀ ਆਊਟਰ ਸਿਗਨਲ ਦੇ ਨੇੜੇ ਆ ਚੁੱਕੀ ਸੀ। ਸਟੇਸ਼ਨ ਦੀਆਂ ਪੌੜੀਆਂ ਚੜ੍ਹਦਿਆਂ ਮੈਂ ਮੁੜ ਕੇ ਦੇਖਿਆ। ਬੋਰਡ ਥੱਲੇ ਸ਼ਾਦਾਂ ਚੁੱਪਚਾਪ ਖੜੀ ਸੀ ਤੇ ਦੂਰ ਪਰੇ ਮਹਿਲਾਂ ਦੀ ਹਵੇਲੀ 'ਚ ਢੋਲ ਗੂੰਜ ਰਹੇ ਸਨ ਤੇ ਮਹਿਲਾਂ ਤੋਂ ਪਰੇ ਸਰਕੜਿਆਂ ਦਾ ਜੰਗਲ ਸੜ ਰਿਹਾ ਸੀ। ਧੰਨਵਾਦ।